ਸਾਹਿਬ ਤੁਸੀਂ ਹੁਣ ਫੇਰੀ ਤੇ ਹੋ ਪੰਜਾਬ ਮਿਸ਼ਨ ਲੈ ਕੇ 2022 ਪਿਆਰ ਕਿਵੇਂ ਦਾ ਮਿਲ ਰਿਹਾ ਲੋਕਾਂ ਦਾ? ਕਿਉਂਕਿ ਅਸੀਂ ਜੇ ਤੁਹਾਡੇ ਨਾਲ ਜਾ ਰਹੇ ਹਾਂ, ਲੋਕ ਬਹੁਤ ਤੁਹਾਡੀਆਂ ਤਾਰੀਫਾਂ ਕਰ ਰਹੇ ਨੇ ਵੀ ਇਸ ਤਰ੍ਹਾਂ ਹੋਏਗਾ ਵੀ ਮਾਨ ਸਾਹਿਬ ਸੂਬੇ ਨੂੰ ਅੱਗੇ ਲੈ ਕੇ ਜਾਣਗੇ, ਪਰ ਤੁਹਾਡੀ ਕੀ ਸੋਚਣੀ ਹੈ? ਕੀ ਤਰ੍ਹਾਂ ਲੋਕਾਂ ਦਾ? ਦੇਖੋ, ਇਹਨਾਂ ਦੇ ਨਾਲ ਹੀ ਰਲ ਕੇ ਸੂਬੇ ਨੂੰ ਅੱਗੇ ਵਧਾਵਾਂਗੇ ਜੀ। ਤੁਸੀਂ ਆ ਜਾਓ, ਅੱਜ ਪਿਆਰ ਦੇਖ ਲਿਓ ਤੁਸੀਂ ਆਪ ਖੁਦ। ਅਸੀਂ ਕਿਹੜਾ ਕੋਈ ਮਤਲਬ ਕੋਈ ਲਾਲਚ ਦੇ ਕੇ ਜਾਂ ਕੋਈ ਉਹਨਾਂ ਨੂੰ ਦਬਾਅ ਪਾ ਕੇ ਲੈ ਕੇ ਆ ਰਹੇ ਹਾਂ। ਇੱਕ ਦਿਨ ਪਹਿਲਾਂ ਅਸੀਂ ਤਾਂ ਜਿਹੜਾ ਫੇਸਬੁੱਕ ਤੇ ਪਾਉਂਦੇ ਆ, ਉਹ ਪੜ੍ਹ ਕੇ ਲੋਕ ਜਿਹੜੇ ਨੇ ਆਪ ਮੁਹਾਰੇ ਕੋਠਿਆਂ ਤੇ ਛੱਤਾਂ ਤੇ ਸੱਥਾਂ ਦੇ ਵਿੱਚ ਇਕੱਠੇ ਹੁੰਦੇ ਨੇ, ਹਾਰ ਪਾਉਂਦੇ ਨੇ ਬਜ਼ੁਰਗ, ਮੱਥਾ ਟੇਕਦਾ ਮਾਵਾਂ ਨੂੰ ਤੇ ਭੈਣਾਂ ਦੁਆਵਾਂ ਦਿੰਦੀਆਂ ਨੇ ਤੇ ਅਸੀਸਾਂ ਦਿੰਦੀਆਂ ਨੇ, ਮਾਵਾਂ ਜਿਉਂਦਾ ਰਹਿ ਪੁੱਤ, ਸਾਡੇ ਧੀਆਂ ਪੁੱਤਾਂ ਨੂੰ ਕੰਮ ਕੁੰਮ ਤੇ ਲਾ ਦੀ। ਆਈਏ ਅੱਜ ਜਿਹੜਾ ਈਡੀ ਨੇ ਚਰਨਜੀਤ ਦਾ ਭਤੀਜਾ ਸੀ ਉਹ ਅਰੈਸਟ ਕੀਤਾ ਗਿਆ, ਕੀ ਕਹਿਣਾ ਚਾਹੋਗੇ? देखिए, असल में कैप्टन साहब ने एक बार कंफर्म कर दिया था कि चन्नी साहब का नाम रेता चोरी में था, लेकिन क्योंकि कांग्रेस की लाज बचानी थी, इज्जत बचानी थी, मैंने कुछ किया नहीं। उसके बाद चरणजीत चन्नी ने खुद कंफर्म कर दिया था जब ईडी की रेड पड़ी कि मेरे से एक गलती हो गई, मैं अपने रिश्तेदारों पर नज़र नहीं रख पाया। इसका मतलब आज ईडी ने जो गिरफ्तारी की है, इसका मतलब चन्नी साहब उस पर मोहर लगा रहे हैं कि हाँ मेरे रिश्तेदारों ने ये काम किया है, ठीक है ना। और सबसे बड़ी बात यह है कि कांग्रेस ने 5 साल में पंजाब को एक नहीं 2 बेईमान सीएम दिए। 4.5 साल कैप्टन साहब जितना माफिया ये वो खुद कहते थे मेरे मंत्री भी माफिया में हैं, तो अगर मंत्री उनके माफिया में है तो बॉस तो हो गई, अली बाबा तो वही थे। तो इसलिए ये आज क्लियर हो चुकी है बात लोगों में कि चन्नी साहब जो कहते हैं वो ड्रामा करते हैं, मैं गुड़ बना लेता हूँ, मैं तो गरीब हूँ, मैं तो आम आदमी हूँ। आम आदमी के रिश्तेदारों के घर से इतनी मनी कहाँ से आई? और वो आदमी जो हनी है नाम उसका, वो आदमी हर सरकारी फंक्शन में साथ होता था, उसको ब्लैक कैट कमांडो की सिक्योरिटी मिली हुई है, उसके पास कौन सा संविधानिक ओहदा है, कोई कॉन्स्टिट्यूशनल पोस्ट है उसके पास? तो इसका मतलब यही था कि अपने भतीजे के नाम पर काम हो रहा था, उधर से मनी आ रही थी। ये तो 111 दिन की है, अगर 5 साल की पता की जाए तो करोड़ों में होगी। कांग्रेस ये कह रही है कि बीजेपी चुनाव के समय ही ईडी का इस्तेमाल कर रही है। उन्होंने रणदीप सुरजेवाला ने बाकायदा ट्वीट किया कि चुनाव का समय आते ही बीजेपी एक्टिव हो गई और ईडी का इस्तेमाल और केंद्रीय एजेंसियों का इस्तेमाल करना शुरू कर दिया। तो 10 करोड़ भी ईडी लेके आई थी साथ में। मैं मानता हूँ, चलो कांग्रेस की बात ठीक मान लेते हैं कि जी बीजेपी ऐसे बदलाखोरी की भावना से काम करती है, तो 10 करोड़ और 56 करोड़ की जो कागजात वो भी ईडी साथ में लेके आई थी। अरविंद केजरीवाल के घर पे भी ईडी, सीबीआई, इनकम टैक्स से उन्होंने रेड की थी। क्या मिला था? 10 मफलर जो अनअकाउंटेड थे कि ये आप कौन से खाते में दिखाओगे। तो मैं भी बोलता हूँ किसानों के पक्ष में, बहुत बार मैंने मोदी साहब को घेरा वहाँ पे संसद में, हमारे घर पे तो ईडी आई नहीं। दाल में कुछ काला है, बल्कि दाल ही काली है। सर जांच होगी ਇਹਨਾਂ ਦੀ? ਉਹ ਵੀ ਕਹਿ ਰਹੇ ਨੇ ਵੀ ਅਗਰ ਜੇ ਸੀਐਮ ਸਾਹਿਬ ਦੀ ਗੱਲ ਕਰ ਲਈ, ਕਹਿ ਰਹੇ ਨੇ ਮੇਰਾ ਕੀ ਕਸੂਰ ਹੈ ਜੇ ਸਾਡੇ ਰਿਸ਼ਤੇਦਾਰਾਂ ਕੋਲ ਫੜਿਆ ਜਾ ਰਿਹਾ ਵੀ ਜੇ ਮੇਰੇ ਰਿਸ਼ਤੇਦਾਰਾਂ ਕੋਲੋਂ ਅਰਬਾਂ ਰੁਪਈਆ ਫੜਿਆ ਜਾਊਗਾ ਤਾਂ ਕੌਣ ਜ਼ਿੰਮੇਵਾਰ ਹੋਊਗਾ? ਕੋਈ ਬੰਦਾ ਇਸ ਕਰਕੇ ਤਾਂ ਨਹੀਂ ਦੇ ਕੇ ਜਾਂਦਾ 10 ਕਰੋੜ ਕਿ ਆਹ ਲਓ ਜੀ ਤੁਹਾਡੇ ਮਾਸਟਰ ਜੀ ਸੀਐਮ ਬਣ ਗਏ, ਹੈਨਾ। ਇਸ ਕਰਕੇ ਤਾਂ ਨਹੀਂ ਦੇ ਕੇ ਜਾਂਦਾ। ਕੋਈ ਨਾ ਕੋਈ ਕੰਮ ਵਾਸਤੇ ਦੇ ਕੇ ਗਿਆ ਹੋਊ, ਔਰ ਸਹੀ ਕੰਮ ਵਾਸਤੇ ਬੰਦਾ ਪੈਸੇ ਨਹੀਂ ਦਿੰਦਾ, ਇਲੀਗਲ ਕੰਮ ਕਰਾਇਆ ਹੋਊ ਆਪਣੇ ਮਾਸਟਰ ਤੋਂ। ਚੰਨੀ ਸਾਹਿਬ ਇਹ ਦੱਸ ਦੇਣ ਉਹ 10 ਕਰੋੜ ਬਦਲੇ ਕਿਹੜੇ ਕੰਮ ਕੀਤੇ ਨੇ। ਸਰ ਜਾਂਚ ਹੋਊਗੀ ਇਹਨਾਂ ਦੀ ਵੱਡੇ ਪੱਧਰ ਤੇ ਆਮ ਆਦਮੀ ਸਰਕਾਰ ਫੇਰੀ ਬਾਰੇ ਕਹੋਗੇ ਕੁਝ? ਪ੍ਰਾਈਮ ਸਾਹਿਬ ਦੀ, ਕਿਹਨਾਂ ਦੀ? ਪੀਐਮ ਸਾਹਿਬ ਦੀ ਆ ਰਹੇ ਆ ਫੇਰੀ ਤੇ, ਉਹਨਾਂ ਨੂੰ ਡੈਮੋਕ੍ਰੈਟਿਕ ਰਾਈਟ ਹੈ ਜੀ ਆਪਣੀ ਪਾਰਟੀ ਲਈ ਚੁਣਾਵ ਪ੍ਰਚਾਰ ਕਰਨ ਦਾ। ਪਿਛਲੀ ਵਾਰ ਦਿੱਤਾ ਗਿਆ ਪੂਰਾ ਪੰਜਾਬ ਨੂੰ। ਜਾਂਚ ਹੋਊਗੀ ਸਰ? ਮਾਨ ਸਾਹਿਬ ਹਰ ਜਗ੍ਹਾ ਜਿੱਥੇ ਵੀ ਮਤਲਬ ਜਾਂਦੇ ਆ ਤਾਂ ਬੰਦਾ ਇੱਕੋ ਗੱਲ ਕਰਦਾ ਕਿ ਅਸੀਂ ਵੋਟ ਪਾਉਣੀ ਆ ਤਾਂ ਭਗਵੰਤ ਮਾਨ ਦੇ ਨਾਮ ਨੂੰ ਵੋਟ ਪਾਉਣੀ ਆ, ਤਾਂ ਲੋਕ ਤੁਹਾਨੂੰ ਆਪਣਾ ਰੋਲ ਮਾਡਲ ਮੰਨਦੇ ਆ। ਤੁਹਾਨੂੰ ਕੀ ਲੱਗਦਾ ਕਿ ਤੁਸੀਂ ਉਹਨਾਂ ਦੇ ਇਸ ਯਕੀਨ ਤੇ ਕਿੰਨਾ ਖਰੇ ਹੋ? ਮੈਂ ਉਹਨਾਂ ਦੇ ਘਰਾਂ ਚੋਂ ਨਿਕਲਿਆ, ਮੈਂ ਆਮ ਘਰਾਂ ਚੋਂ ਹੀ ਆ। ਇਸੇ ਕਰਕੇ ਇਹਨਾਂ ਨੂੰ ਇਹ ਜਿਹੜੇ ਵੱਡੇ ਰਵਾਇਤੀ ਪਾਰਟੀ ਨੇ ਉਹਨਾਂ ਨੂੰ ਦੁੱਖ ਹੋ ਰਿਹਾ ਕਿ ਜਿਹੜੀ ਮੁੱਖ ਮੰਤਰੀ ਦੀ ਪੋਸਟ ਹੈ ਉਹ ਤੇ ਆਮ ਘਰਾਂ ਦਾ ਮੁੰਡਾ ਕਿਉਂ ਜਾ ਰਿਹਾ ਉਧਰ ਵੱਲ ਨੂੰ। ਇਹ ਤਾਂ ਸਾਡੇ ਧੀਆਂ ਪੁੱਤਾਂ ਵਾਸਤੇ ਰਿਜ਼ਰਵ ਹੈ। ਸੋ ਲੋਕਾਂ ਨੂੰ ਇਹ ਲੱਗ ਰਿਹਾ ਸਾਡਾ ਮੁੰਡਾ ਹੈ, ਸਾਡਾ ਪੁੱਤ ਭਤੀਜਾ ਹੈ, ਸਾਡਾ ਛੋਟਾ ਵੱਡਾ ਭਾਈ ਹੈ। ਇਸ ਕਰਕੇ ਉਹ ਕਹਿੰਦੇ ਆ ਯਾਰ ਭਗਵੰਤ ਮਾਨ। ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਨਾਲ परमात्मा अगे मैं अरदास भी करदा, परमात्मा समर्थ बख्शे, बल बख्शे ताकि मैं ये जिम्मेवारी निभा सका। थैंक यू। इलाज करावांगे, हस्पताल वधिया बनावांगे, फ्री इलाज होगा वर्ल्ड क्लास का।
ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਹੈ, ਵਪਾਰ ਵਧਾਉਣਾ ਹੈ, ਉਹਨਾਂ ਨੂੰ ਮੋੜ ਕੇ ਲਿਆਉਣਾ ਹੈ ਵਪਾਰੀਆਂ ਨੂੰ। ਉਹ ਕਿਉਂ ਭੱਜ ਗਏ? ਉਹਨਾਂ ਤੋਂ ਹਿੱਸਾ ਮੰਗਦੇ ਨੇ ਜੀ, ਵੀ ਇੰਨਾ ਹਿੱਸਾ ਸਾਡਾ। ਉਹ ਜਾ ਕੇ ਕਿਸੇ ਨੇ ਹਿਮਾਚਲ ਤੇ ਕਿਸੇ ਰਾਜਸਥਾਨ ਉੱਥੇ ਲਾ ਦੀਆਂ ਫੈਕਟਰੀਆਂ। ਇੱਥੇ ਹੋਣ ਤਾਂ ਕਿੰਨੇ ਮੁੰਡੇ ਕੁੜੀਆਂ ਨੂੰ ਕੰਮ ਦੇਣਗੇ। ਸੋ ਰੰਗੀਆਂ ਵਾਲਿਓ, ਹੈਲੋ ਰੰਗੀਆਂ ਵਾਲਿਓ, ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ 20 ਤਰੀਕ ਨੂੰ ਜਦੋਂ ਤੁਸੀਂ ਵੋਟਾਂ ਪਾਉਣ ਜਾਓਗੇ ਤਾਂ ਜੋ ਝਾੜੂ ਵਾਲਾ ਬਟਨ ਦੱਬੋਗੇ, ਮਸ਼ੀਨ ਚੋਂ ਇੱਕ ਆਵਾਜ਼ ਆਊਗੀ ਏਦਾਂ ਦੀ, ਇਹਦਾ ਮਤਲਬ ਝਾੜੂ ਫਿਰ ਗਿਆ। ਅਗਲਾ ਜਾਊਗਾ, ਉਦੋਂ ਅਗਲਾ ਤੁਹਾਡੇ ਤੋਂ ਬਾਅਦ ਨੰਬਰ ਜੀ ਦਾ, ਉਹ ਵੀ ਬਟਨ ਦੱਬੂਗਾ ਝਾੜੂ ਵਾਲਾ, ਫਿਰ ਆਵਾਜ਼ ਆਊਗੀ, ਇਹਦਾ ਮਤਲਬ ਉਦੋਂ ਵੀ ਵੱਡਾ ਝਾੜੂ ਫਿਰ ਗਿਆ। ਇਹਨੂੰ ਤੁਸੀਂ ਮਸ਼ੀਨ ਦੀ ਆਵਾਜ਼ ਨਾ ਸਮਝਿਓ, ਇਹਨੂੰ ਕਾਲੀਆਂ ਤੇ ਕਾਂਗਰਸੀਆਂ ਦੀਆਂ ਚੀਕਾਂ ਸਮਝਿਓ, ਜਿਹੜੀਆਂ ਆਪਣੀਆਂ ਪਹਿਲਾਂ ਬਹੁਤ ਕਢਾਈਆਂ ਇਹਨਾਂ ਨੇ, ਹੁਣ ਇਹਨਾਂ ਨੂੰ ਬਦਲਾ ਲੈਣ ਦਾ ਟਾਈਮ ਆ ਗਿਆ। ਸੋ ਝਾੜੂ ਦਾ ਚੋਣ ਨਿਸ਼ਾਨ ਹੈ, ਇਹ ਤੁਹਾਨੂੰ ਦੱਸ ਦਾਂਗੇ, ਕੱਲ ਨੂੰ ਪਤਾ ਲੱਗ ਜਾਊਗਾ ਕਿੰਨਵੇਂ ਨੰਬਰ ਤੇ ਹੈ ਮਸ਼ੀਨ ਦੇ ਵਿੱਚ, ਤਾਂ ਕਿ ਤੁਹਾਨੂੰ ਕੋਈ ਭੁਲੇਖਾ ਨਾ ਰਹੇ। ਇਸ ਝਾੜੂ ਨਾਲ ਆਪਾਂ ਪਹਿਲਾਂ ਸਿਰਫ ਵਿਹੜਾ ਬਰਾਂਡਾ ਜਾਂ ਬੈਠਕ ਸਾਫ਼ ਕਰਦੇ ਸੀ, ਹੁਣ ਇਸ ਝਾੜੂ ਨਾਲ ਪੂਰੇ ਪੰਜਾਬ ਦੀ ਰਾਜਨੀਤਿਕ ਗੰਦਗੀ ਸਾਫ਼ ਕੀਤੀ ਜਾਊ। ਇਮਾਨਦਾਰ, ਪਾਰਦਰਸ਼ੀ, ਸੱਚੀ ਨੀਅਤ ਵਾਲੀ ਤੁਹਾਡੀ ਆਪਣੀ ਸਰਕਾਰ ਆਊਗੀ। ਤੁਹਾਡਾ ਆਪਣਾ ਪੁੱਤ, ਤੁਹਾਡਾ ਆਪਣਾ ਭਤੀਜਾ, ਤੁਹਾਡਾ ਆਪਣਾ ਛੋਟਾ ਵੱਡਾ ਭਾਈ ਉੱਥੇ ਬੈਠੂਗਾ। ਔਰ ਮੈਂ ਇੱਕ ਵਾਅਦਾ ਕਰਦਾ, ਜਿਹੜਾ ਹਰੇ ਰੰਗ ਦਾ ਪੈਨ ਦਿਓਗੇ, ਉਹ ਹਰੇ ਰੰਗ ਦਾ ਪੈਨ ਸਿਰਫ ਤੇ ਸਿਰਫ ਤੁਹਾਡੇ ਹੱਕ 'ਚ ਚੱਲੂਗਾ, ਕੋਈ ਚੇਲੇ ਚਾਪਿਆਂ ਜਾਂ ਚਮਚਿਆਂ ਦੇ ਹੱਕ ਨਹੀਂ ਚੱਲੂਗਾ। ਫੈਸਲੇ ਤੁਹਾਡੇ ਹੋਣਗੇ। ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ, ਇਨਕਲਾਬ ਇਨਕਲਾਬ ਬੋਲੇ ਸੋ ਨਿਹਾਲ। ਬਹੁਤ ਬਹੁਤ ਤੁਹਾਡਾ ਧੰਨਵਾਦ। ਮੈਂ ਅਜੇ 10-11 ਪਿੰਡਾਂ 'ਚ ਹੋਰ ਜਾਣਾ, ਮੈਂ ਤੁਹਾਨੂੰ ਸਾਰਾ ਬਹੁਤ ਬਹੁਤ ਮਿਹਰਬਾਨੀ। ਹਾਂਜੀ, ਗੋਲਡੀ ਵਾਲੀ ਕੀ ਸੁਣਾਈ? ਮੈਂ ਕਾਗਜ਼ ਭਰੇ ਸੀ, ਉਹਨੇ ਜੁੱਤੀ ਲਾਤੀ। ਉਹ ਮੈਂ ਕਿਹਾ ਮਿੱਤਰਾ ਚੱਲਦੀ ਰਹਿੰਦੀ ਆ, ਜਿੱਤ ਹਾਰ ਕਿਤੇ ਉਹਨਾਂ ਨਮੂਨੀਆਂ ਕਰਾ ਦੀ, ਠੰਡ ਹੈ ਬਹੁਤ। ਸੋ ਵੀਰੋ, ਜਿਨ੍ਹਾਂ ਨੇ ਤੁਹਾਨੂੰ ਲੁੱਟਿਆ, ਜਿਨ੍ਹਾਂ ਨੇ ਪਰਚੇ ਝੂਠੇ ਪਵਾਏ ਨੇ, ਤੁਸੀਂ ਉਹਨੂੰ 20 ਤਰੀਕ ਨੂੰ ਤੁਹਾਡੇ ਕੋਲੇ ਬਦਲਾ ਲੈਣ ਦਾ ਟਾਈਮ ਹੈ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਜਿਉਂਦੇ ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ। ਕਿ ਮਾਵਾਂ ਸਿਰ ਪਰੋਸ ਕੇ ਕੀ ਕਹਿੰਦੀਆਂ ਨੇ, ਪੁੱਤ ਜਿਉਂਦਾ ਰਹਿ। ਸਾਡੇ ਧੀਆਂ ਪੁੱਤਾਂ ਕਨੀ ਦੇਖੀ, ਉਹਨਾਂ ਨੂੰ ਕੰਮ ਤੇ ਲਾ ਦੇ। ਆਹੀ ਸਾਡੀ ਸਭ ਤੋਂ ਪਹਿਲੀ ਗਰੰਟੀ ਹੈ ਕਿ ਜਿਸ ਦਿਨ ਤੁਸੀਂ ਮੈਨੂੰ ਪੈਨ ਦੇਤਾ ਜਦੋਂ ਹਰੇ ਰੰਗ ਦਾ, ਉਹ ਪੈਨ ਦੇ ਮਾਲਕ ਤੁਸੀਂ ਹੋ। ਸਾਈਨ ਮੇਰੇ, ਫੈਸਲੇ ਤੁਹਾਡੇ, ਸਾਈਨ ਮੇਰੇ। ਪਹਿਲਾਂ ਸਰਕਾਰਾਂ ਮਹਿਲਾਂ 'ਚੋਂ ਚੱਲਦੀਆਂ ਸੀ ਤੇ ਮਹਿਲਾਂ ਦੇ ਦਰਵਾਜ਼ੇ 4.5 ਸਾਲ ਖੁੱਲਦੇ ਨਹੀਂ ਸੀ। ਹੁਣ ਸਰਕਾਰਾਂ ਪਿੰਡਾਂ 'ਚੋਂ, ਹੁਣ ਸਰਕਾਰਾਂ ਮਹੱਲਿਆਂ 'ਚੋਂ, ਹੁਣ ਸਰਕਾਰਾਂ ਕਸਬਿਆਂ ਸ਼ਹਿਰਾਂ 'ਚੋਂ ਚੱਲਣਗੀਆਂ। ਜਿਵੇਂ ਤੁਸੀਂ